ਸਾਲੀਆਂ ਦੀਆਂ ਬੁਝਾਰਤਾਂ ਦਾ ਜਵਾਬ ਹਿੱਸਾ ਬੇ। ਆ ਕੁੰਜ ਕੁਆਰੀਏ ਡਰੇ ਮੋਈਏ, ਜੱਫਾ ਪਾ ਨਾ ਕੁੰਜੀ ਦੀ ਜੜੀ ਦਾ ਨੀ, ਜੋੜੀ ਹਾਥੀਆਂ ਦੀ ਕੁੱਜੇ ਵਿੱਚ ਪਾਈ, ਹਾਥੀ ਪਾ ਕੁੱਜੇ ਇਵੇਂ ਫੜੀ ਦਾ ਨੀ। ਕੁੰਜੀ ਦੀ ਜੜੀ ਤੋਂ ਮੁਰਾਦ ਕੁੰਜੀ ਦੇ ਦੰਦਾਣੇ। ਕੁੰਜੀ ਦੇ ਉੱਤੇ ਦੋ ਦੰਦਾਣੇ ਹੁੰਦੇ ਨੇ ਤੇ ਉਹਨਾਂ ਤੋਂ ਮੁਰਾਦ ਹੈ ਦੋ ਹਾਥੀ। ਕੁੱਜਾ ਜਿਹੜਾ ਹੈ ਉਸ ਤੋਂ ਮੁਰਾਦ ਹੈ ਤਾਲਾ। ਹਾਥੀ ਬੜਾ ਕੰਮ ਦਾ ਜਾਨਵਰ ਹੈ ਜਿਹੜਾ ਜੰਗਾਂ ਵਿੱਚ ਬੜੀਆਂ ਮੁਸ਼ਕਲਾਂ ਵਿੱਚ ਕੰਮ ਹੁੰਦਾ ਹੈ। ਤੇ ਇਸ ਵਿੱਚ ਉਹ ਬੁਝਾਰਤ ਦਾ ਜਵਾਬ ਸਜਦਾ ਇਹ ਦੇ ਰਿਹਾ ਹੈ ਪਰ ਜਿਸ ਵੇ ਕੁੰਜੀ ਤਾਲੇ 'ਚ ਦਾਖਲ ਕਰੀ ਦੀ ਹੈ, ਉਹ ਕੁੰਜੀ ਦੇ ਦੋ ਦੰਦਾਣੇ ਦੋ ਹਾਥੀ ਕੁੱਜੇ ਵਿੱਚ ਤਾਲੇ ਵਿੱਚ ਪਾਈ ਦੇ ਨੇ ਤੇ ਤਾਲਾ ਖੁੱਲ ਵੈਂਦਾ ਹੈ। ਇਹ ਹੈ ਉਹਨਾਂ ਦੀ ਬੁਝਾਰਤ ਦਾ ਜਵਾਬ। ਇੱਕ ਮੰਗਿਓ ਇਹ ਅਣਹੋਂਦ ਕੁੜੀਏ, ਪਹੁੰਚਾ ਸੋਨੇ ਦਾ ਕਿਤੇ ਨਾ ਘੜੀ ਦਾ ਨੀ, ਹੱਥੀਂ ਆਪਣੀ ਲਈ ਸੰਭਾਲ ਮੋਈਏ, ਐਲੇ ਗੁਰਕ ਬਿੱਲਾ ਜੰਗਲ ਰੜੀ ਦਾ ਨੀ। ਪਹਿਲੇ ਮਿਸਰੇ ਵਿੱਚ ਤੇ ਉਹ ਬੁਝਾਰਤ ਜਿਹੜੀ ਪਿਛਲੇ ਹਿੱਸੇ ਵਿੱਚ ਸਾੜੀ ਨੇ ਪਾਈ ਹੈ ਉਹ ਸਨ ਸੋਨੇ ਦਾ ਪਹੁੰਚਾ ਜਿਹੜਾ ਉਹ ਦੇ। ਉਸ ਤੋਂ ਪਹਿਲੇ ਮਿਸਰੇ ਵਿੱਚ ਤੇ ਮਾਜ਼ਰਤ ਕੀਤੀ ਗਈ ਹੈ ਬਈ ਇਹ ਅਣਹੋਂਦ ਸ਼ੈ ਹੈ, ਇਹ ਕਿਤੇ ਨਹੀਂ ਬਣਦਾ। ਪਰ ਦੂਜੇ ਮਿਸਰੇ ਵਿੱਚ ਇਹਦਾ ਜਵਾਬ ਦਿੱਤਾ ਐਲੇ ਗੁਰਕ ਬਿੱਲਾ। ਗੁਰਕ ਬਿੱਲਾ ਇੱਕ ਚਿਤਕਬਰੇ ਰੰਗ ਦਾ ਜੰਗਲੀ ਬਿੱਲਾ ਹੁੰਦਾ ਹੈ ਜਿਹਦੇ ਪੰਜੇ ਜ਼ਰਦ ਰੰਗ ਦੇ ਹੁੰਦੇ ਨੇ। ਉਹਦੇ ਪੰਜੇ ਜ਼ਰਦ ਰੰਗ ਹੋਣ ਦੀ ਵਜ੍ਹਾ ਤੋਂ ਉਹਦਾ ਪੰਜਾ ਜਿਹੜਾ ਹੈ ਉਹ ਸੋਨੇ ਦਾ ਆਖਿਆ ਗਿਆ ਹੈ। ਬਈ ਇਸ ਪਹਿਲੀ ਦਾ ਜਵਾਬ ਹੈ ਇਹ ਗੁਰਕ ਬਿੱਲਾ ਜਿਹਦੇ ਪੰਜੇ ਸੋਨੇ ਦੇ ਪੰਜੇ। ਇੱਕ ਗੱਲ ਬੜੀ ਮੇਰੇ ਯਾਦ ਆਈ, ਰੋਟ ਸੁਖਿਆ ਪੀਰ ਦੀ ਥੜੀ ਦਾ ਨੀ, ਚੱਲਣ ਚਾਲ ਮੁਰਗਾਬੀਆਂ ਤਰਨ ਤਾਰੀ, ਬੋਲਿਆ ਫੁੱਲ ਜ਼ੁਬਾਨ ਥੀ ਜੜੀ ਦਾ ਨੀ। ਕੋਟ ਨਦੀ ਵਿੱਚ ਲੈ ਸੁੱਤੀ ਲੌਂਗ ਮੰਜਾ, ਤੇਰੇ ਸੌਣ ਨੂੰ ਕੋਲ ਲੈ ਵੜੀ ਦਾ ਨੀ, ਸੁਰਮਾ ਸੁਰਖੀ ਤੇ ਮਰੇ ਦੰਦਾ ਸੜਾ ਤੂੰ, ਸ਼ੀਸ਼ਾ ਸਾਫ਼ ਵਿੱਚ ਆਰਸੀ ਕੜੀ ਦਾ ਨੀ। ਇਹਨਾਂ ਚਾਰੇ ਮਿਸਰਾਂ ਵਿੱਚ ਪਿਛਲੀ ਇੱਕ ਬੁਝਾਰਤ ਦਾ ਜਵਾਬ ਹੈ। ਬਸੈਦਾ ਦਾ ਮੈਨੂੰ ਇੱਕ ਗੱਲ ਯਾਦ ਆਈ ਹੈ ਮੈਂ ਪੀਰ ਦੀ ਥੜੀ ਦਾ ਰੋਟ ਮੰਨਿਆ ਹੀ। ਰੋਟ ਮਿੱਠੀ ਰੋਟੀ ਤੇ ਸੁੱਖਿਆ ਮੰਨਤ ਮੰਨਣਾ। ਪੀਰ ਦੀ ਥੜੀ ਕਸ਼ਮੀਰ ਦੇ ਇਲਾਕੇ ਵਿੱਚ ਇੱਕ ਮਜ਼ਾਰ ਹੈ ਜਿਹੜਾ ਇੱਕ ਤਾਲਾਬ ਦੇ ਵਿੱਚ ਹੈ। ਉਹ ਮਜ਼ਾਰ ਤਾਲਾਬ ਦੇ ਵਿੱਚ ਹੈ ਤੇ ਉਸ ਤਾਲਾਬ ਦੇ ਵਿੱਚ ਮੁਰਗਾਬੀਆਂ ਜਿਹੜੀਆਂ ਉਹ ਚਾਲ ਚੱਲ ਰਹੀਆਂ ਨੇ ਤੇ ਉਹਨਾਂ ਦੀ ਆਵਾਜ਼ ਬੜੀ ਸੋਹਣੀ ਹੈ। ਉਹਨਾਂ ਦੇ ਬੋਲਿਆਂ ਫੁੱਲ ਕਿਰਦੇ ਨੇ। ਫੁੱਲ ਕਿਰਨਾ ਤੋਂ ਮੁਰਾਦ ਹੈ ਕਿ ਖੁਸ਼ ਆਵਾਜ਼ ਨੇ। ਤੇ ਸੈਦਾ ਆਖ ਰਿਹਾ ਹੈ ਕਿ ਉਸ ਕੋਟ ਨਦੀ ਦੇ ਵਿੱਚ ਉਹ ਕੋਟ ਹੈ, ਕੋਟ ਤੋਂ ਮੁਰਾਦ ਉਹ ਮਜ਼ਾਰ ਹੈ, ਨਦੀ ਉਹ ਤਾਲਾਬ ਹੈ ਤੇ ਲੌਂਗ ਤੋਂ ਮੁਰਾਦ ਉਹ ਸਾਹਿਬ ਮਜ਼ਾਰ ਪੀਰ ਹੈ। ਲੌਂਗ ਉਸ ਨੂੰ ਇਸ ਤੋਂ ਆਖਿਆ ਗਿਆ ਹੈ ਕਿ ਉਸ ਸਾਹਿਬ ਮਜ਼ਾਰ ਦੀ ਇਹ ਮਸ਼ਹੂਰ ਹੈ ਕਿ ਉਸ ਕੋਲੋਂ ਖੁਸ਼ਬੂ ਆਉਂਦੀ ਹੈ, ਉਹ ਸਾਹਿਬ ਖੁਸ਼ਬੂ ਹੈ, ਇਸ ਵਾਸਤੇ ਉਸ ਨੂੰ ਲੌਂਗ ਦਾ ਨਾਂ ਦਿੱਤਾ ਗਿਆ ਹੈ। ਤੇ ਉਹ ਆਖਦੀ ਹੈ ਕਿ ਉਹ ਕੋਟ ਦੇ ਵਿੱਚ ਮੰਜਾ ਪਾਇਆ ਹੈ ਉਸ ਪੀਰ ਨੇ ਤੇ ਤੈਨ ਉਹ ਆਪਣੇ ਕੋਲ ਸਵਾਣੇ ਵਾਸਤੇ ਬੁਲਾ ਰਿਹਾ ਹੈ। ਮੁਰਾਦ ਹੈ ਕਿ ਤੈਨ ਮੌਤ ਵਾਲੇ ਪਾਸੇ ਬੁਲਾ ਰਿਹਾ ਹੈ। ਲੌਂਗ ਤੋਂ ਮੁਰਾਦ ਪੀਰ ਹੈ ਤੇ ਮੁਰਗਾਬੀਆਂ ਤੋਂ ਮੁਰਾਦ ਹੈ ਉਹ ਰਾਤ ਦੇ ਮੁਜਾਵਰ। ਉਹ ਲੌਂਗ ਯਾਨੀ ਪੀਰ ਤੈਨ ਆਪਣੇ ਕੋਲ ਬੁਲਾ ਰਿਹਾ ਹੈ, ਮਤਲਬ ਇਹ ਮੌਤ ਦੀ ਤਰਫ ਬੁਲਾ ਰਿਹਾ ਤੇ ਤੂੰ ਮਰ ਜਾਣਾ, ਇੱਕ ਦਿਨ ਤੂੰ ਮਰ ਜਾਣਾ ਤੇ ਤੇਰਾ ਸੁਰਖੀ ਸੁਰਮਾ ਸਭ ਕੁਝ ਜ਼ਾਇਆ ਹੋ ਜਾਣਾ ਹੈ ਤੇ ਤੂੰ ਕਬਰ ਵਿੱਚ ਇੰਜ ਜਕੜਿਆ ਜਾਣਾ ਹੈ ਜਿਵੇਂ ਸ਼ੀਸ਼ਾ ਅਰਸੀ ਵਿੱਚ ਕੜਿਆ ਹੁੰਦਾ ਹੈ। ਯਾਨੀ ਅੰਗੂਠੀ ਦੇ ਵਿੱਚ ਜਿਵੇਂ ਸ਼ੀਸ਼ਾ ਕੜਿਆ ਜਾਂਦਾ ਹੈ ਇਵੇਂ ਤੂੰ ਕਬਰ ਦੇ ਵਿੱਚ ਕੜਿਆ ਜਾਣਾ ਇੱਕ ਦਿਨ। ਚੋਲੀ ਮੁਸ਼ਕ ਨਾਪੀ ਉੱਤੇ ਘੜਤ ਤਿਰਗਾ, ਮੁਸ਼ਕ ਸਭ ਸਰੀਰ ਵਿੱਚ ਪੜੀ ਦਾ ਨੀ, ਅਸਾਂ ਭਾਲ ਕਸੀਰੇ ਦਾ ਮੁਨਸ ਆਂਦਾ, ਪੱਕਾ ਭੂਤ ਮਸਾਨ ਜਿਉ ਮੜੀ ਦਾ ਨੀ। ਮੁਸ਼ਕ ਨਾਪੀ ਦਾ ਮੈਨਾ ਹੈ ਕਿ ਮੁਸ਼ਕ ਨਾਫੀ, ਚੋਲੀ ਮੁਸ਼ਕ ਨਾਫੀ ਤੇ ਘੜਤ ਤਿਰਗੇ ਦੀ ਇੱਕ ਸਿਫਤ ਹੈ ਘੜਿਆ ਤਿਰਗਾ। ਤਿਰਗਾ ਇੱਕ ਗਲੇ ਦਾ ਜ਼ੇਵਰ ਹੈ ਜਿਸ ਨੂੰ ਤੱਗਾ ਵੀ ਆਖਿਆ ਜਾਂਦਾ ਹੈ। ਚੋਲੀ ਨਾਫਾ ਦੇ ਮੁਸ਼ਕ ਵਾਲੀ ਹੈ ਤੇ ਉਸ ਦੇ ਉੱਤੇ ਘੜਿਆ ਹੋਇਆ ਤਿਰਗਾ ਹੈ ਤੇ ਉਹਦੀ ਖੁਸ਼ਬੂ ਸਾਰੇ ਜਿਸਮ ਵਿੱਚ ਦਾਖਲ ਹੈ।
ਤੇ ਦਮੜੀ ਦਾ ਖਾਵੰਦ ਸਜਦਾ ਅਦਾ ਕਿ ਅਸੀਂ ਤੇਰੇ ਵਾਸਤੇ ਦਮੜੀ ਦਾ ਖਾਵੰਦ ਲੈ ਕੇ ਆਏ ਹਾਂ, ਅਜਿਹਾ ਪੱਕਾ ਖਾਵੰਦ ਹੈ ਵੀ ਜਿਹੜਾ ਮੜੀ ਦਾ ਭੂਤ ਮਸਾਨ ਜਿਵੇਂ ਹੁੰਦਾ ਹੈ। ਚੋਲੀ ਮੁਸ਼ਕ ਨਾਪੀ ਤੋਂ ਮੁਰਾਦ ਇੱਕ ਸਾੜੀ ਹੈ, ਉਹ ਸਾੜੀ ਨਾਗਦਾ ਹੈ, ਤੇ ਜਿਹੜਾ ਤਿਰਗਾ ਹੈ ਉਸ ਤੋਂ ਮੁਰਾਦ ਹੈ ਖਾਵੰਦ। ਚੋਲੀ ਨਾਪੀ ਤੋਂ ਮੁਰਾਦ ਹੈ ਸਾੜੀ ਤੇ ਤਿਰਗਾ ਤੋਂ ਮੁਰਾਦ ਹੈ ਖਾਵੰਦ, ਕਿਉਂਕਿ ਤਿਰਗਾ ਜਿਹੜਾ ਹੈ ਉਹ ਹਮੇਸ਼ਾ ਚੋਲੀ ਦੇ ਉੱਤੇ ਹੁੰਦਾ ਹੈ, ਗਲੇ ਵਿੱਚ ਚੋਲੀ ਥੱਲੇ ਹੁੰਦੀ ਹੈ। ਇਸੇ ਤਰ੍ਹਾਂ ਖਾਵੰਦ ਵੀ ਆਪਣੀ ਔਰਤ ਦੇ ਹਮੇਸ਼ਾ ਉੱਤੇ ਹੁੰਦਾ ਹੈ, ਜਿਵੇਂ ਕਿ ਸੂਰਾ ਨਿਸਾ ਵਿੱਚ ਆਇਆ ਹੈ, ਅਰ ਰਿਜਾਲੋ ਕਵਮੂਨਾ ਅਲਨ ਨਿਸਾ। ਪੱਕਾ ਭੂਤ ਮਸਾਨ ਖਾਵੰਦ ਦੀ ਤਾਰੀਫ ਹੈ। ਮੜੀ ਤੋਂ ਮੁਰਾਦ ਹੈ ਸ਼ਮਸਾਨ, ਤੇ ਭੂਤ ਮਸਾਨ ਤੋਂ ਮੁਰਾਦ ਹੈ ਕਿ ਕਿਸੇ ਮੁਰਦੇ ਦੀ ਰੂਹ ਜਿਸ ਵੇਲੇ ਨਿਕਲ ਕੇ ਤੇ ਉਹ ਹਵਾ ਵਿੱਚ ਪਰਵਾਜ਼ ਕਰਦੀ ਹੈ। ਤੇ ਇਸ ਗੱਲ ਨੂੰ ਉਸ ਗੱਲ ਨਾਲ ਇਸ ਲਈ ਜੋੜਿਆ ਗਿਆ ਕਿ ਤਿਰਗਾ ਅਕਸਰ ਔਕਾਤ ਤਾਵੀਜ਼ਾਂ ਦਾ ਹੁੰਦਾ, 3 ਤਾਵੀਜ਼ ਗਲੇ ਵਿੱਚ ਪਾਏ ਹੁੰਦੇ ਹਨ, ਤਿਰਗਾ ਉਸ ਨੂੰ ਆਖਦੇ ਹਨ, ਤੇ ਮੁਸਲਸਲ ਉਹ ਤਾਵੀਜ਼ ਪਾਣੇ ਨਾਲ ਉਹਨਾਂ ਦਾ ਅਸਰ ਜਿਹੜਾ ਉਹ ਜਿਸਮ ਵਿੱਚ ਦਾਖਲ ਹੁੰਦਾ ਹੈ। ਤੇ ਇਸੇ ਤਰ੍ਹਾਂ ਖਾਵੰਦ ਤੇਰੇ ਉੱਤੇ ਰਾਸੀ ਤੇ ਉਹਦਾ ਅਸਰ ਤੇਰੇ ਜਿਸਮ ਵਿੱਚ ਹੋਸੀ, ਮੁਸ਼ਕ ਵਿੱਚ ਸਰੀਰ ਦੇ ਵੜੀਦਾ ਨਹੀਂ। ਇਸ ਗੱਲ ਦਾ ਇਹ ਜਵਾਬ ਹੈ। ਲੜਾਈਆਂ ਝਗੜਿਆਂ ਰਾਣ ਇੱਕ ਵਲ ਕੁੜੀਏ, ਚੀਣਾ ਡੁੱਲ ਪਿਆ ਇਵੇਂ ਚੁਣੀ ਦਾ ਨਹੀਂ, ਅਸਾਂ ਵਿਆਹ ਕੇ ਹੀਰ ਨੂੰ ਲੈ ਚੱਲੇ, ਸਾਡੇ ਸ਼ਹਿਰ ਜਬ ਆਫਤਾਬਣੀ ਦਾ ਨਹੀਂ। ਪਿਛਲੇ ਹਿੱਸੇ ਵਿੱਚ ਸਾੜੀਆਂ ਇੱਕ ਸਵਾਲ ਕੀਤਾ ਹੈ ਕਿ ਉਹ ਆਖਦੀਆਂ ਹਨ ਬਚੀਣਾ ਤਿਲਕਣਾ ਤੇ ਜਿਵੇਂ ਤੇਲ ਥਿੰਦਾ, ਵੇਖਣ ਡੁੱਲ ਪਿਆ ਕਿ ਕੋ ਚੁਣੀਦਾ ਹੋਏ। ਬਚੀਣਾ ਤਿਲਕਣਾ ਵੀ ਹੁੰਦਾ ਤੇ ਬੜਾ ਬਾਰੀਕ ਵੀ ਹੁੰਦਾ, ਤੇ ਉਹ ਜੇ ਡੁੱਲ ਪਵੇ ਤੇ ਉਸ ਨੂੰ ਕਿਵੇਂ ਚੁਣਿਆ ਜਾ ਸਕਦਾ ਹੈ, ਇੱਕ ਮੁਸ਼ਕਲ ਕੰਮ ਹੈ। ਉਸ ਦਾ ਸਜਦਾ ਜਵਾਬ ਦੇ ਰਿਹਾ ਵੀ ਲੜਾਈਆਂ ਝਗੜਿਓਂ ਰਾਣ ਇੱਕ ਵੱਲ ਕੁੜੀਏ, ਚੀਣਾ ਡੁੱਲ ਪਿਆ ਇਵੇਂ ਚੁਣੀਦਾ ਹੋਏ। ਲੜਾਈ ਝਗੜੇ ਤੋਂ ਇੱਕ ਪਾਸੇ ਹੋ ਕੇ ਰਹਿਣਾ, ਬਚ ਕੇ ਰਹਿਣਾ, ਇਹ ਇੰਜ ਹੈ ਕਿ ਜਿਵੇਂ ਡੁੱਲਿਆ ਹੋਇਆ ਚੀਣਾ ਚੁਣ ਲੈਣਾ। ਕੁੜੀਏ ਮਾਂ ਤੇ ਭੈਣ ਤੇ ਭੂਆ ਤੇਰੀ, ਉਹਨਾਂ ਨਾਮ ਉਚੇਰੜਾ ਸੁਣੀਦਾ ਨਹੀਂ, ਗੱਗਰ ਲਾ ਕੇ ਗਗਰੇ ਸਾਰਿਆਂ ਦੇ, ਵਿੱਚ ਮੋਰੀਆਂ ਰੱਖ ਕੇ ਪੁਣੀਦਾ ਨਹੀਂ। ਸਾਡੇ ਪਿੰਡ ਦੇ ਅਯਾਲ ਨੂੰ ਦੇ ਅੰਮਾ, ਬੜਾ ਨਾਮ ਹੋਸੀ ਚੂਚਕ ਗੁਣੀ ਦਾ ਨਹੀਂ, ਵਾਰਿਸ ਸ਼ਾਹ ਕੋਲੋਂ ਪਾਉ ਰਾਹ ਸੱਭੇ, ਇਹੋ ਫਾਇਦਾ ਦੀਨ ਤੇ ਦੁਨੀ ਦਾ ਨਹੀਂ।